ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ HR ਪੰਜਾਬੀ ਕਹਾਣੀਆਂ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ। ਮੈਨੂੰ ਬਿਜ਼ਨਸ ਵਿੱਚ ਘਾਟਾ ਪੈ ਗਿਆ ਤੇ ਮੇਰੇ ਦੋਸਤ ਨੇ ਕਰਜ਼ੇ ਦੇ ਬਦਲੇ ਮੇਰੀ ਪਤਨੀ ਨਾਲ ਇੱਕ ਰਾਤ ਸੌਣ ਦੀ ਸ਼ਰਤ ਰੱਖੀ। ਮੈਂ ਮਜਬੂਰੀ ਕਰਕੇ ਉਸ ਨਾਲ ਸਹਿਮਤ ਹੋ ਗਿਆ। ਰਾਤ ਨੂੰ ਮੇਰੀ ਪਤਨੀ ਨੂੰ ਮੇਰੇ ਦੋਸਤ ਕੋਲ ਛੱਡ ਦਿੱਤਾ, ਪਰ ਮੈਂ ਉਸੇ ਕਮਰੇ 'ਚ ਲੁਕ ਗਿਆ। ਜਿਵੇਂ ਹੀ ਮੇਰੇ ਦੋਸਤ ਨੇ ਮੇਰੀ ਪਤਨੀ ਨੂੰ ਫੜਿਆ ਤੇ ਫਿਰ ਉਸ ਨਾਲ ਮੇਰੇ ਹੋਸ਼ ਉੱਡ ਗਏ, ਕਿਉਂਕਿ ਮੇਰੀ ਪਤਨੀ ਤਾਂ ਖੁਦ ਤੁਸੀਂ ਜਾਣਦੇ ਹੀ ਹੋ ਕਿ ਇੱਕ ਇੱਜ਼ਤਦਾਰ ਆਦਮੀ ਲਈ ਸਭ ਤੋਂ ਔਖਾ ਕੰਮ ਹੈ ਆਪਣੀ ਹੀ ਪਤਨੀ ਦਾ ਸੌਦਾ ਕਰਨਾ। ਪਰ ਮੈਂ ਇਹ ਸੌਦਾ ਕਰਨ ਲਈ ਬਹੁਤ ਮਜਬੂਰ ਸੀ। ਮੈਂ ਇੱਕ ਰਾਤ ਲਈ ਆਪਣੀ ਹੀ ਪਤਨੀ ਦਾ ਸੌਦਾ ਕੀਤਾ। ਕਾਲੇ ਰੰਗ ਦੀ ਸਾੜੀ ਵਿੱਚ ਮੇਰੀ ਪਤਨੀ ਮੇਰੇ ਸਾਹਮਣੇ ਸੁੰਦਰ ਲੱਗ ਰਹੀ ਸੀ। ਉਸ ਦੇ ਸੋਹਣੇ ਲੰਬੇ ਖੁੱਲ੍ਹੇ ਵਾਲ, ਉਸ ਦਾ ਦੁੱਧ ਵਰਗਾ ਰੰਗ, ਉਸ ਦੀ ਸੁੰਦਰ ਦਿੱਖ ਹਮੇਸ਼ਾ ਮੇਰੀ ਸ਼ਾਂਤੀ ਖੋਹ ਲੈਂਦੀ ਸੀ। ਪਰ ਅੱਜ ਦਾ ਮੇਕਅਪ ਕਿਸੇ ਹੋਰ ਲਈ ਸੀ ਤੇ ਸਭ ਤੋਂ ਵੱਡੀ ਸ਼ਰਮ ਦੀ ਗੱਲ ਇਹ ਸੀ ਕਿ ਮੈਨੂੰ ਇਹ ਸਭ ਪਤਾ ਸੀ ਅਤੇ ਮੈਂ ਖੁਦ ਉਸ ਨੂੰ ਇਸ ਦੀ ਇਜਾਜ਼ਤ ਦਿੱਤੀ ਸੀ। ਮੈਂ ਉਸ ਦੇ ਸੁੰਦਰ ਸਰੀਰ ਵੱਲ ਝਾਤੀ ਮਾਰੀ ਤੇ ਆਪਣੀਆਂ ਅੱਖਾਂ ਨੀਵੀਆਂ ਕਰ ਲਈਆਂ। ਮੇਰੇ ਦਿਲ 'ਤੇ ਕੀ ਬੀਤ ਰਹੀ ਸੀ ਇਹ ਸਿਰਫ ਮੈਂ ਹੀ ਜਾਣਦਾ ਸੀ। ਮੇਰੀ ਹਾਲਤ ਕੋਈ ਨਹੀਂ ਸਮਝ ਸਕਦਾ ਸੀ। ਮੇਰੇ ਦੋਸਤ ਦੀ ਕਾਰ ਬਾਹਰ ਖੜੀ ਸੀ ਤੇ ਡਰਾਈਵਰ ਮੇਰੀ ਪਤਨੀ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਜੋ ਉਹ ਮੇਰੀ ਪਤਨੀ ਨੂੰ ਮੇਰੇ ਦੋਸਤ ਦੇ ਹੋਟਲ ਵਿੱਚ ਲਿਜਾ ਸਕੇ। ਅਤੇ ਫਿਰ ਮੇਰੀ ਪਤਨੀ ਤਿਆਰ ਹੋ ਗਈ ਤੇ ਥੱਕੇ ਟੁੱਟੇ ਕਦਮਾਂ ਨਾਲ ਮੇਰੇ ਦੋਸਤ ਦੇ ਡਰਾਈਵਰ ਨਾਲ ਚਲੀ ਗਈ ਅਤੇ ਮੈਂ ਬੇਬਸੀ ਨਾਲ ਉਸ ਵੱਲ ਵੇਖਦਾ ਰਿਹਾ। ਅੱਜ ਦੀ ਰਾਤ ਸ਼ਾਇਦ ਮੇਰੇ ਤੇ ਕਿਸੇ ਅਸਮਾਨੀ ਬਿਜਲੀ ਡਿੱਗਣ ਵਾਲੀ ਸੀ, ਪਰ ਸਵੇਰ ਦਾ ਸੂਰਜ ਮੈਨੂੰ ਸਾਰਿਆਂ ਕਰਜ਼ਿਆਂ ਤੋਂ ਮੁਕਤ ਕਰ ਸਕਦਾ ਸੀ। ਪਰ ਅੱਜ ਦੀ ਰਾਤ ਬੀਤਣ ਵਾਲੀ ਨਹੀਂ ਸੀ। ਜਿਵੇਂ ਜਿਵੇਂ ਰਾਤ ਵੱਧਦੀ ਜਾ ਰਹੀ ਸੀ, ਮੇਰੀ ਬੇਚੈਨੀ ਵੀ ਵੱਧਦੀ ਜਾ ਰਹੀ ਸੀ। ਇੰਜ ਲੱਗਾ ਜਿਵੇਂ ਮੈਂ ਸਾਹ ਵੀ ਨਹੀਂ ਲੈ ਸਕਾਂਗਾ। ਮੇਰੀਆਂ ਅੱਖਾਂ ਅੱਗੇ ਸਿਰਫ ਮੇਰੀ ਪਤਨੀ ਦਾ ਚਿਹਰਾ ਝਲਕ ਰਿਹਾ ਸੀ। ਮੈਂ ਆਪਣੇ ਦੋਸਤ ਦਾ ਸ਼ੈਤਾਨੀ ਹਾਸਾ ਸੁਣ ਸਕਦਾ ਸੀ। ਮੈਂ ਆਪਣੇ ਕੰਨਾਂ ਨਾਲ ਆਪਣੀ ਪਤਨੀ ਦਾ ਰੋਣਾ ਸੁਣ ਸਕਦਾ ਸੀ। ਉਸ ਦੀ ਬੇਵਸੀ ਦੇ ਹੰਝੂ ਮੈਂ ਦੇਖ ਸਕਦਾ ਸੀ। ਮੇਰਾ ਦਿਲ ਇੰਨਾ ਬੇਚੈਨ ਹੋ ਗਿਆ ਕਿ ਮੈਂ ਖੜਾ ਹੋ ਗਿਆ। ਮੇਰਾ ਸਾਹ ਪੂਰੀ ਤਰ੍ਹਾਂ ਬੰਦ ਸੀ ਅਤੇ ਮੇਰੇ ਦਿਮਾਗ ਜਿਵੇਂ ਇਹ ਫਟਣ ਵਾਲਾ ਸੀ। ਮੇਰੇ ਲਈ ਇਹ ਸਭ ਸਹਿਣਾ ਬਹੁਤ ਔਖਾ ਸੀ ਕਿ ਮੈਂ ਆਪਣੀ ਪਤਨੀ ਨੂੰ ਕਿਸੇ ਹੋਰ ਕੋਲ ਰਾਤ ਲਈ ਭੇਜ ਰਿਹਾ ਸੀ। ਮੇਰੇ ਲਈ ਇਸ ਗੱਲ ਨੂੰ ਸਹਿਣਾ ਮੁਸ਼ਕਲ ਸੀ ਕਿ ਅੱਜ ਰਾਤ ਮੇਰੀ ਪਤਨੀ ਕਿਸੇ ਹੋਰ ਦੀਆਂ ਬਾਹਾਂ ਵਿੱਚ ਹੋਵੇਗੀ। ਮੈਂ ਮੁਸ਼ਕਲ ਨਾਲ ਘਰ ਛੱਡਿਆ। ਮੈਂ ਸਿੱਧਾ ਉਸ ਹੋਟਲ ਵੱਲ ਜਾ ਰਿਹਾ ਸੀ ਜਿੱਥੇ ਮੇਰੀ ਪਤਨੀ ਗਈ ਸੀ। ਜਿਉਂ-ਜਿਉਂ ਮੈਂ ਹੋਟਲ ਦੇ ਨੇੜੇ ਜਾ ਰਿਹਾ ਸੀ, ਮੇਰੇ ਦਿਲ ਦੀ ਹਾਲਤ ਵਿਗੜਦੀ ਜਾ ਰਹੀ ਸੀ। ਐਵੇਂ ਲੱਗ ਰਿਹਾ ਸੀ ਜਿਵੇਂ ਮੇਰੀਆਂ ਅੱਖਾਂ ਵਿੱਚੋਂ ਖੂਨ ਉਤਰ ਆਇਆ ਹੋਵੇ। ਮੈਂ ਆਪਣੇ ਦੋਸਤ ਨੂੰ ਮਾਰ ਦੇਣਾ ਚਾਹੁੰਦਾ ਸੀ। ਮੈਂ ਕਰਜ਼ਈ ਤਾਂ ਪਹਿਲਾਂ ਹੀ ਸੀ। ਹੁਣ ਮੈਨੂੰ ਲੱਗਦਾ ਸੀ ਕਿ ਮੈਂ ਕਾਤਲ ਬਣ ਜਾਵਾਂ, ਪਰ ਆਪਣੀ ਇੱਜ਼ਤ ਦਾ ਸੌਦਾ ਨਾ ਕਰਾਂ। ਹੋਟਲ ਪਹੁੰਚ ਕੇ ਰਿਸੈਪਸ਼ਨ 'ਤੇ ਬੈਠੀ ਕੁੜੀ ਨੂੰ ਮੈਂ ਆਪਣੇ ਦੋਸਤ ਦਾ ਨਾਮ ਦੱਸਿਆ ਤੇ ਪੁੱਛਿਆ ਕਿ ਉਹ ਕਿਸ ਕਮਰੇ ਵਿੱਚ ਹੈ, ਤਾਂ ਰਿਸੈਪਸ਼ਨ 'ਤੇ ਬੈਠੀ ਕੁੜੀ ਹੱਸ ਪਈ। ਉਸਨੇ ਕਿਹਾ ਕਿ ਉਸਨੇ ਅੱਜ ਰਾਤ ਲਈ ਇੱਕ ਵਿਸ਼ੇਸ਼ ਕਮਰਾ ਬੁੱਕ ਕੀਤਾ ਹੈ, ਗੋਲਡਨ ਨਾਈਟ ਦੇ ਨਾਮ 'ਤੇ। ਇਹ ਵੀ ਕਿਹਾ ਗਿਆ ਹੈ ਕਿ ਉਹਨਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਮੇਰੇ ਦੋਸਤ ਦੇ ਡਰਾਈਵਰ ਨੇ ਮੈਨੂੰ ਕੁਝ ਪੈਸੇ ਐਡਵਾਂਸ ਦਿੱਤੇ ਸਨ, ਇਸ ਲਈ ਮੇਰੇ ਕੋਲ ਪੈਸੇ ਸਨ। ਮੈਂ ਕਿਹਾ ਕਿ ਮੈਨੂੰ ਉਸ ਕਮਰੇ ਦੇ ਨਾਲ ਵਾਲਾ ਹੀ ਕਮਰਾ ਚਾਹੀਦਾ। ਮੇਰੀ ਬੇਚੈਨੀ ਇਸ ਸਮੇਂ ਸਿਖਰ 'ਤੇ ਸੀ। ਮੇਰੇ ਕੋਲ ਸ਼ਬਦ ਵੀ ਨਹੀਂ ਸਨ ਕਿ ਮੈਂ ਆਪਣੀ ਬੇਚੈਨੀ ਨੂੰ ਜ਼ਾਹਰ ਕਰ ਸਕਾਂ। ਰਿਸੈਪਸ਼ਨ 'ਤੇ ਬੈਠੀ ਕੁੜੀ ਨੇ ਚਾਬੀ ਮੇਰੇ ਸਾਹਮਣੇ ਰੱਖ ਦਿੱਤੀ ਤੇ ਮੈਂ ਸਾਹਮਣੇ ਪਈ ਚਾਬੀ ਚੁੱਕੀ ਤੇ ਆਪਣੇ ਦੋਸਤ ਦੇ ਨਾਲ ਵਾਲੇ ਕਮਰੇ ਵਿੱਚ ਚਲਾ ਗਿਆ ਤੇ ਲੁਕ ਕੇ ਆਪਣੇ ਦੋਸਤ ਦੇ ਕਮਰੇ ਵਿੱਚ ਵੜ ਗਿਆ ਤੇ ਉਸ ਦੇ ਕਮਰੇ ਵਿੱਚ ਲੁਕ ਗਿਆ। ਮੇਰੀ ਜੇਬ ਵਿੱਚ ਇੱਕ ਤਿੱਖਾ ਚਾਕੂ ਵੀ ਸੀ। ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਉਸ ਨੂੰ ਨਹੀਂ ਛੱਡਾਂਗਾ, ਚਾਹੇ ਮੇਰੇ ਨਾਲ ਕੁਝ ਵੀ ਹੋ ਜਾਵੇ। ਪਰ ਜਿਵੇਂ ਹੀ ਲੁਕ ਕੇ ਮੈਂ ਕਮਰੇ ਦੇ ਅੰਦਰ ਦਾ ਨਜ਼ਾਰਾ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ। ਚਾਕੂ ਮੇਰੇ ਹੱਥੋਂ ਛੁੱਟ ਕੇ ਜ਼ਮੀਨ 'ਤੇ ਡਿੱਗ ਪਿਆ। ਮੇਰੇ ਹੱਥ ਪੈਰ ਬੁਰੀ ਤਰ੍ਹਾਂ ਕੰਬ ਰਹੇ ਸਨ। ਸਾਹਮਣੇ ਵਾਲਾ ਨਜ਼ਾਰਾ ਵੇਖਣਾ ਮੇਰੇ ਲਈ ਬਹੁਤ ਔਖਾ ਸੀ, ਕਿਉਂਕਿ ਮੇਰੀ ਪਤਨੀ ਅਤੇ ਮੇਰਾ ਦੋਸਤ। ਮੇਰਾ ਨਾਮ ਦੀਪਕ ਹੈ। ਮੇਰਾ ਆਪਣਾ ਕੱਪੜਿਆਂ ਦਾ ਕਾਰੋਬਾਰ ਸੀ ਜੋ ਪਹਿਲਾਂ ਤਾਂ ਚੰਗਾ ਚੱਲ ਰਿਹਾ ਸੀ, ਪਰ ਹੁਣ ਇਸ ਵਿੱਚ ਭਾਰੀ ਘਾਟਾ ਪੈ ਗਿਆ ਸੀ। ਮੈਂ ਕਰਜ਼ੇ ਵਿੱਚ ਡੁੱਬਿਆ ਹੋਇਆ ਸੀ। ਮੇਰੇ ਦੋਸਤ ਦੀ ਗੱਲ ਸੁਣਨ ਤੋਂ ਬਾਅਦ ਮੈਂ ਉਸ ਨਾਲ ਅੱਖਾਂ ਮਿਲਾਉਣ ਦੇ ਯੋਗ ਨਹੀਂ ਸੀ। ਅਸੀਂ ਇੱਕ ਕੌਫੀ ਸ਼ਾਪ 'ਤੇ ਬੈਠੇ ਸੀ। ਮੇਰੇ ਸਾਹਮਣੇ ਗੋਲ ਟੇਬਲ 'ਤੇ ਕੌਫੀ ਦੇ 2 ਗਲਾਸ ਰੱਖੇ ਹੋਏ ਸਨ ਤੇ ਸਾਹਮਣੇ ਬੈਠਾ ਮੇਰਾ ਦੋਸਤ ਮੇਰੇ ਵੱਲ ਘੂਰ ਰਿਹਾ ਸੀ। ਉਸਨੇ ਕਿਹਾ, ਧਿਆਨ ਨਾਲ ਸੋਚੋ, ਕੋਈ ਮਜਬੂਰੀ ਨਹੀਂ, ਜਿੰਨਾ ਚਾਹੇ ਸਮਾਂ ਲਓ, ਪਰ ਸਿਰਫ ਅੱਜ ਰਾਤ ਤੋਂ ਵੱਧ ਮੈਂ ਤੁਹਾਨੂੰ ਸਮਾਂ ਨਹੀਂ ਦੇ ਸਕਦਾ।
ਸ਼ਾਇਦ ਉਸ ਲਈ ਇਹ ਸਭ ਕਹਿਣਾ ਆਸਾਨ ਸੀ, ਪਰ ਮੇਰੇ ਲਈ ਸੁਣਨਾ ਵੀ ਆਸਾਨ ਨਹੀਂ ਸੀ। ਉਸ ਸਮੇਂ ਮੈਂ ਇੰਨਾ ਕਰਜ਼ਾਈ ਸੀ ਕਿ ਮੇਰਾ ਦਿਮਾਗ ਕੰਮ ਨਹੀਂ ਕਰ ਰਿਹਾ ਸੀ ਤੇ ਆਪਣੇ ਦੋਸਤ ਦੇ ਸਾਹਮਣੇ ਬੈਠਾ ਆਪਣੀ ਪਤਨੀ ਬਾਰੇ ਅਜਿਹੀਆਂ ਗੱਲਾਂ ਸੁਣ ਰਿਹਾ ਸੀ ਜੋ ਕਿ ਕਿਸੇ ਵੀ ਆਦਮੀ ਲਈ ਸੁਣਨੀਆਂ ਬਹੁਤ ਮੁਸ਼ਕਲ ਹਨ। ਜਦੋਂ ਮੇਰੇ ਦੋਸਤ ਨੇ ਮੈਨੂੰ ਇਸ ਤਰ੍ਹਾਂ ਚੁੱਪ ਦੇਖਿਆ ਤਾਂ ਉਸਨੇ ਕਿਹਾ, ਆਰਾਮ ਨਾਲ ਕੌਫੀ ਪੀ, ਮੈਂ ਇਸ ਕੌਫੀ ਦਾ ਭੁਗਤਾਨ ਕਰਾਂਗਾ, ਪੈਸਿਆਂ ਦੀ ਚਿੰਤਾ ਨਾ ਕਰ। ਇਹ ਕਹਿ ਕੇ ਉਹ ਥੋੜ੍ਹਾ ਜਿਹਾ ਮੁਸਕਰਾਇਆ। ਫਿਰ ਉਸਨੇ ਕਿਹਾ ਕਿ ਤੂੰ ਇਸ ਬਾਰੇ ਬਹੁਤ ਜ਼ਿਆਦਾ ਸੋਚ ਰਿਹਾ। ਹਾਲਾਂਕਿ ਜਿਸ ਵਾਤਾਵਰਣ ਵਿੱਚ ਮੈਂ ਰਹਿੰਦਾ ਹਾਂ ਉੱਥੇ ਇਹ ਇੱਕ ਸਧਾਰਨ ਗੱਲ ਹੈ। ਤੂੰ ਵਿਸ਼ਵਾਸ ਨਹੀਂ ਕਰੇਗਾ, ਪਰ ਮੇਰੇ ਸਾਥੀ ਆਪਣੀਆਂ ਪਤਲੀਆਂ ਹੋਟਲ ਦੇ ਕਮਰਿਆਂ ਵਿੱਚ ਖੁਦ ਭੇਜਦੇ ਹਨ। ਕਰੋੜਾਂ ਰੁਪਏ ਦੇ ਕੰਟਰੈਕਟ ਇੱਕੋ ਰਾਤ ਵਿੱਚ ਹੀ ਸਾਈਨ ਕਰ ਜਾਂਦੇ ਹਨ। ਤੂੰ ਵੀ ਅਮੀਰ ਬਣ ਜਾਵੇਂਗਾ। ਮੈਂ ਕਿਸੇ ਤਰ੍ਹਾਂ ਉਸ ਦੀਆਂ ਗੱਲਾਂ ਸੁਣ ਰਿਹਾ ਸੀ। ਮੈਨੂੰ ਨਹੀਂ ਪਤਾ ਸੀ ਕਿ ਲਾਚਾਰੀ ਅਤੇ ਗਰੀਬੀ ਵੀ ਕਿਸੇ ਵਿਅਕਤੀ ਨੂੰ ਸਮਾਜ ਦੇ ਕਿਹੋ ਜਿਹੇ ਰੰਗ ਵਿਖਾਉਂਦੀ ਹੈ। ਸਾਹਮਣੇ ਬੈਠਾ ਮੇਰਾ ਦੋਸਤ ਮਸਤੀ ਕਰ ਰਿਹਾ ਸੀ ਤੇ ਕੌਫੀ ਪੀ ਰਿਹਾ ਸੀ, ਪਰ ਮੈਂ ਇੰਜ ਬੈਠਾ ਸੀ ਜਿਵੇਂ ਮੇਰੇ ਸਰੀਰ ਵਿੱਚੋਂ ਜਾਨ ਹੀ ਨਾ ਰਹੀ ਹੋਵੇ। ਮੈਨੂੰ ਯਾਦ ਆਉਣ ਲੱਗਾ ਕਿ ਮੈਂ ਇੱਕ ਵਾਰ ਬੜੇ ਮਾਣ ਨਾਲ ਕਿਹਾ ਸੀ ਕਿ ਜਿਸ ਆਦਮੀ ਵਿੱਚ ਕੋਈ ਗੈਰਤ ਨਹੀਂ ਹੈ ਉਸ ਨੂੰ ਮਰਦ ਕਹਾਉਣ ਦਾ ਕੋਈ ਹੱਕ ਨਹੀਂ। ਤੇ ਅੱਜ ਮੈਂ ਆਪਣੀ ਪਤਨੀ ਲਈ ਜੋ ਕੁਝ ਵੀ ਸੁਣ ਰਿਹਾ ਸੀ ਉਹ ਮੇਰੇ ਲਈ ਵੀ ਮੌਤ ਦੇ ਬਰਾਬਰ ਸੀ। ਤੁਸੀਂ ਬਹੁਤ ਸਾਰੀਆਂ ਔਰਤਾਂ ਨੂੰ ਦੇਖਿਆ ਹੋਵੇਗਾ ਜੋ ਆਪਣੀ ਮਜਬੂਰੀ ਕਾਰਨ ਆਪਣੇ ਆਪ ਨੂੰ ਦੂਜਿਆਂ ਦੇ ਅੱਗੇ ਪੇਸ਼ ਕਰ ਦਿੰਦੀਆਂ ਹਨ, ਪਰ ਸ਼ਾਇਦ ਮੈਂ ਪਹਿਲਾ ਆਦਮੀ ਸੀ ਜਿਸ ਨੇ ਆਪਣੀ ਮਜਬੂਰੀ ਕਾਰਨ ਆਪਣੀ ਪਤਨੀ ਨੂੰ ਇੱਕ ਰਾਤ ਲਈ ਵੇਚਣ ਦਾ ਸੌਦਾ ਕੀਤਾ। ਮੇਰੀ ਪਤਨੀ ਜੋ ਬਹੁਤ ਪਵਿੱਤਰ ਸੀ, ਉਸ ਦਾ ਦਿਨ ਉਦੋਂ ਤੱਕ ਸ਼ੁਰੂ ਨਹੀਂ ਸੀ ਹੁੰਦਾ ਜਦੋਂ ਤੱਕ ਉਹ ਸਵੇਰੇ ਉੱਠ ਕੇ ਰੱਬ ਦਾ ਨਾਮ ਨਹੀਂ ਲੈਂਦੀ ਸੀ। ਅੱਜ ਤੱਕ ਮੇਰੇ ਇਲਾਵਾ ਕਿਸੇ ਨੇ ਉਸ ਨੂੰ ਹੱਥ ਤੱਕ ਨਹੀਂ ਸੀ ਲਾਇਆ। ਉਸ ਨੂੰ ਛੂਹਣਾ ਤਾਂ ਦੂਰ, ਕਿਸੇ ਨੇ ਉਸ ਵੱਲ ਤੱਕਿਆ ਵੀ ਨਹੀਂ ਸੀ। ਮੈਨੂੰ ਯਾਦ ਆਉਣ ਲੱਗਾ ਕਿ ਜਦੋਂ ਵੀ ਅਸੀਂ ਕਿਸੇ ਵਿਆਹ ਜਾਂ ਪਾਰਟੀ ਲਈ ਕਿਤੇ ਜਾਣਾ ਹੁੰਦਾ ਸੀ ਤਾਂ ਮੇਰੀ ਪਤਨੀ ਰਾਵੀ ਆਪਣੀ ਸਾੜੀ ਨੂੰ ਬੜੇ ਸੁਚੱਜੇ ਢੰਗ ਨਾਲ ਲਪੇਟ ਲੈਂਦੀ ਸੀ। ਹਾਲਾਂਕਿ ਮੈਂ ਉਸ ਨੂੰ ਕਹਿੰਦਾ ਸੀ ਕਿ ਵਿਆਹ ਵਿੱਚ ਸਾਰੀਆਂ ਔਰਤਾਂ ਇੰਨੀ ਚੰਗੀ ਤਰ੍ਹਾਂ ਤਿਆਰ ਹੋ ਕੇ ਆਉਂਦੀਆਂ ਹਨ, ਇੰਨਾ ਮੇਕਅਪ ਕਰਦੀਆਂ ਹਨ, ਪਰ ਤੂੰ ਸਿਰਫ ਸੁਧਾਰਨੀ ਜਾਂਦੀ ਆ ਅਤੇ ਇਸ ਤੋਂ ਇਲਾਵਾ ਤੂੰ ਆਪਣੇ ਆਪ ਨੂੰ ਪੂਰੀ ਤਰ੍ਹਾਂ ਢੱਕ ਲੈਂਦੀ ਆ। ਤੂੰ ਤਾਂ ਫਿਰ ਵੀ ਬਹੁਤ ਸੋਹਣੀ ਆ। ਮੈਂ ਵੀ ਚਾਹੁੰਦਾ ਹਾਂ ਕਿ ਤੂੰ ਵੀ ਤਿਆਰ ਹੋ ਕੇ ਜਾ ਤਾਂ ਕਿ ਸਾਰੀਆਂ ਔਰਤਾਂ ਤੈਨੂੰ ਦੇਖ ਸਕਣ ਤੇ ਹੈਰਾਨ ਰਹਿ ਜਾਣ ਕਿ ਦੀਪਕ ਦੀ ਪਤਨੀ ਕਿੰਨੀ ਖੂਬਸੂਰਤ ਆ। ਮੈਂ ਚਾਹੁੰਦਾ ਹਾਂ ਕਿ ਮੇਰੀ ਕਿਸਮਤ ਤੇ ਮੇਰੇ ਦੋਸਤ ਸੜ ਕੇ ਸਵਾਹ ਹੋ ਜਾਣ। ਮੇਰੀ ਗੱਲ ਸੁਣ ਕੇ ਉਹ ਮੇਰੇ ਗਲੇ ਵਿੱਚ ਬਾਹਾਂ ਪਾ ਕੇ ਬੜੇ ਪਿਆਰ ਨਾਲ ਕਹਿੰਦੀ ਆ ਕਿ ਤੁਸੀਂ ਮੇਰੇ ਹੋ ਜਨਾਬ ਅਤੇ ਮੇਰੀ ਖੂਬਸੂਰਤੀ ਸਿਰਫ ਤੁਹਾਡੇ ਲਈ ਆ। ਦੀਪਕ, ਮੈਂ ਲੋਕਾਂ ਨੂੰ ਵਿਖਾ ਕੇ ਇਸ ਨੂੰ ਜਨਤਕ ਨਹੀਂ ਕਰਨਾ ਚਾਹੁੰਦੀ। ਮੈਂ ਚਾਹੁੰਦੀ ਹਾਂ ਕਿ ਤੁਹਾਡੀ ਅੱਖ ਤੋਂ ਸਿਵਾਏ ਕੋਈ ਹੋਰ ਅੱਖ ਮੈਨੂੰ ਵੇਖ ਵੀ ਨਾ ਸਕੇ। ਇੰਜ ਜਾਪਦਾ ਸੀ ਜਿਵੇਂ ਰਾਵੀ ਦੇ ਬੋਲ ਅਜੇ ਵੀ ਮੇਰੇ ਕੰਨਾਂ ਵਿੱਚ ਗੂੰਜ ਰਹੇ ਹੋਣ। ਮੇਰੀਆਂ ਅੱਖਾਂ ਵਿੱਚੋਂ ਉਦਾਸੀ ਦੇ ਹੰਝੂ ਨਿਕਲ ਆਏ। ਮੈਂ ਆਪਣੀ ਅਜਿਹੀ ਪਵਿੱਤਰ ਪਤਨੀ ਦਾ ਸੌਦਾ ਕਰਨ ਜਾ ਰਿਹਾ ਸੀ। ਨਹੀਂ, ਮੈਂ ਇਹ ਸਵੀਕਾਰ ਨਹੀਂ ਕਰ ਸਕਦਾ। ਅਚਾਨਕ ਮੇਰੇ ਦਿਲ ਵਿੱਚੋਂ ਇੱਕ ਆਵਾਜ਼ ਆਈ ਜੋ ਮੇਰੇ ਬੁੱਲ੍ਹਾਂ ਤੱਕ ਵੀ ਪਹੁੰਚ ਗਈ। ਮੇਰੇ ਦੋਸਤ ਦਾ ਕੌਫੀ ਦਾ ਗਲਾਸ ਜੋ ਉਸਦੇ ਬੁੱਲ੍ਹਾਂ ਕੋਲ ਸੀ ਵਾਪਸ ਹੱਥ 'ਚ ਆ ਗਿਆ। ਉਹ ਮੇਰੇ ਵੱਲ ਵੇਖਦਾ ਹੀ ਰਹਿ ਗਿਆ। ਉਹ ਪਲ ਭਰ ਲਈ ਮੇਰੇ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖਣ ਲੱਗਾ। ਫਿਰ ਕਿਹਾ, ਕੋਈ ਪਰੇਸ਼ਾਨੀ ਨਹੀਂ ਆ, ਲਿਆਓ ਮੇਰੇ 1 ਕਰੋੜ ਰੁਪਏ ਕੱਢ ਦਿਓ। ਆਪਣੇ ਦੋਸਤ ਦੀ ਇਹ ਬੇਰੁਖੀ ਦੇਖ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਪਏ। ਭਾਵੇਂ ਮੈਂ ਕਮਜ਼ੋਰ ਆਦਮੀ ਨਹੀਂ ਸੀ, ਪਰ ਮੈਂ ਬਹੁਤ ਮਜਬੂਰ ਸੀ। ਮੈਂ ਜਾਣਦਾ ਸੀ ਕਿ ਆਪਣੀਆਂ ਭਾਵਨਾਵਾਂ 'ਤੇ ਕਿਵੇਂ ਕਾਬੂ ਕਰਨਾ ਹੈ, ਪਰ ਹੁਣ ਮੈਂ ਟੁੱਟ ਗਿਆ ਸੀ। ਮੈਂ ਫਿਰ ਆਪਣੇ ਦੋਸਤ ਨੂੰ ਬੇਨਤੀ ਕੀਤੀ ਕਿ ਮੈਨੂੰ ਕੁਝ ਹੋਰ ਸਮਾਂ ਦਿਓ ਕਿਉਂਕਿ ਮੈਂ ਇੱਕ ਰਾਤ ਵਿੱਚ ਇੰਨੇ ਪੈਸਿਆਂ ਦਾ ਇੰਤਜ਼ਾਮ ਨਹੀਂ ਕਰ ਸਕਦਾ। ਉਸਨੇ ਕਿਹਾ ਕਿ ਮੈਂ ਤੈਨੂੰ ਹੋਰ ਸਮਾਂ ਨਹੀਂ ਦੇ ਸਕਦਾ। ਤੇਰੇ ਕੋਲ ਸਿਰਫ ਅੱਜ ਰਾਤ ਦਾ ਸਮਾਂ ਹੈ। ਜਾਂ ਤਾਂ ਮੇਰੀ ਗੱਲ ਮੰਨ ਲੈ ਜਾਂ ਪੈਸੇ ਦਾ ਇੰਤਜ਼ਾਮ ਕਰ। ਮੈਂ ਉੱਥੋਂ ਉੱਠ ਕੇ ਬਾਹਰ ਆ ਗਿਆ। ਭਾਵੇਂ ਮੌਸਮ ਠੰਡਾ ਸੀ, ਹਵਾ ਠੰਡੀ ਵਗ ਰਹੀ ਸੀ, ਪਰ ਮੇਰਾ ਦਮ ਘੁੱਟ ਰਿਹਾ ਸੀ। ਮੇਰਾ ਸਰੀਰ ਪਸੀਨੇ ਨਾਲ ਭਿੱਜਿਆ ਹੋਇਆ ਸੀ। ਸਾਹ ਲੈਣਾ ਵੀ ਔਖਾ ਲੱਗਦਾ ਸੀ। ਪਤਾ ਨਹੀਂ ਮੈਂ ਆਪਣੇ ਘਰ ਕਿਵੇਂ ਪਹੁੰਚਿਆ। ਰਾਤ ਦੇ 1 ਵੱਜ ਚੁੱਕੇ ਸਨ। ਮੈਂ ਦਰਵਾਜ਼ਾ ਖੜਕਾਇਆ। ਅੰਦਰੋਂ ਰਾਵੀ ਦੀ ਆਵਾਜ਼ ਆਈ। ਮੈਂ ਕਿਹਾ, ਮੈਂ ਹਾਂ, ਦਰਵਾਜ਼ਾ ਖੋਲ੍ਹੋ, ਅਤੇ ਉਸਨੇ ਦਰਵਾਜ਼ਾ ਖੋਲ੍ਹਿਆ। ਮੇਰੇ ਵੱਲ ਵੇਖ ਕੇ ਉਸਨੇ ਕਿਹਾ ਕਿ ਤੁਸੀਂ ਕਿੱਥੇ ਰਹਿ ਗਏ ਸੀ? ਮੈਂ ਕਿੰਨੇ ਚਿਰ ਤੋਂ ਤੁਹਾਡਾ ਇੰਤਜ਼ਾਰ ਕਰ ਰਹੀ ਹਾਂ। ਹੁਣ ਮੈਂ ਉਸਨੂੰ ਕਿਵੇਂ ਦੱਸਾਂ ਕਿ ਮੈਂ ਕਿੱਥੋਂ ਆ ਰਿਹਾ? ਮੈਂ ਉਸਨੂੰ ਕੋਈ ਜਵਾਬ ਨਹੀਂ ਦਿੱਤਾ ਤੇ ਚੁੱਪਚਾਪ
ਮਰੇ ਹੋਏ ਕਦਮਾਂ ਨਾਲ ਆਪਣੇ ਕਮਰੇ ਵਿੱਚ ਜਾਣ ਲੱਗਾ। ਰਾਵੀ ਮੇਰੇ ਕੋਲ ਆਈ ਤੇ ਕਿਹਾ, ਦੀਪਕ ਜਵਾਬ ਨਹੀਂ ਦਿੱਤਾ। ਮੈਂ ਕਿਹਾ ਕਿ ਮੇਰਾ ਸਿਰ ਦਰਦ ਕਰ ਰਿਹਾ। ਉਹ ਕਹਿਣ ਲੱਗੀ ਕਿ ਦੀਪਕ ਮੈਂ ਤੁਹਾਡੇ ਲਈ ਖਾਣਾ ਗਰਮ ਕਰ ਦਿਆਂ। ਤਾਂ ਮੈਂ ਰੱਬ ਦਾ ਨਾਂ ਲਿਆ। ਮੈਂ ਕਿਹਾ ਕਿ ਮੈਂ ਖਾਣਾ ਖਾ ਕੇ ਆਇਆ ਹਾਂ, ਪਰ ਮੈਂ ਅੱਜ ਸਵੇਰ ਤੋਂ ਵੀ ਖਾਣਾ ਨਹੀਂ ਖਾਧਾ ਸੀ। ਪਰ ਆਪਣੇ ਦੋਸਤ ਦੀ ਗੱਲ ਸੁਣ ਕੇ ਮੇਰੀ ਭੁੱਖ ਦੂਰ ਹੋ ਗਈ ਸੀ। ਕੁਝ ਖਾਣ ਨੂੰ ਮਨ ਹੀ ਨਹੀਂ ਕਰਦਾ ਸੀ। ਰਾਵੀ ਮੇਰੇ ਨੇੜੇ ਆ ਕੇ ਮੇਰੇ ਮੂੰਹ ਵੱਲ ਵੇਖਣ ਲੱਗੀ। ਉਸਨੇ ਕਿਹਾ, ਤੁਸੀਂ ਝੂਠ ਬੋਲ ਰਹੇ ਹੋ ਦੀਪਕ, ਮੈਨੂੰ ਪਤਾ ਹੈ ਕਿ ਤੁਸੀਂ ਕੁਝ ਨਹੀਂ ਖਾਧਾ ਅਤੇ ਮੈਂ ਵੀ ਤੁਹਾਡੇ ਇੰਤਜ਼ਾਰ ਕਰ ਰਹੀ ਸੀ। ਆਓ ਇਕੱਠੇ ਖਾਣਾ ਖਾਂਦੇ ਹਾਂ। ਇੱਕ ਗੱਲ ਸੀ ਕਿ ਰਾਵੀ ਦੀਆਂ ਉਹ ਮੇਰੀਆਂ ਅੱਖਾਂ ਵਿੱਚ ਝਾਕ ਕੇ ਹੀ ਮੇਰੇ ਦਿਲ ਦਾ ਹਾਲ ਦੱਸ ਦਿੰਦੀ ਸੀ। ਜਾਂ ਪਤੀ ਪਤਨੀ ਦਾ ਰਿਸ਼ਤਾ ਹੀ ਅਜਿਹਾ ਹੁੰਦਾ ਜਿਸ ਲਈ ਸ਼ਬਦਾਂ ਦੀ ਕੋਈ ਲੋੜ ਹੀ ਨਹੀਂ ਹੁੰਦੀ। ਖੈਰ, ਉਹ ਗਰਮ ਖਾਣਾ ਕਰਕੇ ਲੈ ਆਈ। ਭੋਜਨ ਕੀ ਸੀ? ਖਾਣੇ ਦੇ ਨਾਮ 'ਤੇ ਸਿਰਫ ਹਰੀ ਮਿਰਚ, ਪਿਆਜ਼, ਲਸਣ ਦੀ ਚਟਨੀ ਅਤੇ ਪਾਣੀ ਵਾਲੀ ਦਾਲ ਅਤੇ ਸੁੱਕੀਆਂ ਰੋਟੀਆਂ। ਮੈਂ ਇੱਕ ਅੱਖ ਭੋਜਨ ਤੇ ਦੂਜੀ ਆਪਣੀ ਵਫਾਦਾਰ ਪਤਨੀ 'ਤੇ ਪਾਈ, ਜੋ ਹਰ ਮੁਸ਼ਕਲ, ਹਰ ਦੁੱਖ, ਹਰ ਮੁਸੀਬਤ ਬਹੁਤ ਧੀਰਜ ਨਾਲ ਅਤੇ ਚੁੱਪਚਾਪ ਰੱਬ ਦਾ ਧੰਨਵਾਦ ਕਰਦੀ ਰਹਿੰਦੀ ਤੇ ਹਮੇਸ਼ਾ ਮੇਰੇ ਨਾਲ ਖੜੀ ਰਹੀ। ਉਸਨੇ ਮੈਨੂੰ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ ਸੀ ਕਿ ਤੁਸੀਂ ਮੇਰੇ ਲਈ ਕੀ ਕੀਤਾ ਹੈ। ਮੈਂ ਉਸਦੇ ਚਿਹਰੇ 'ਤੇ ਉਹ ਸੁੰਦਰਤਾ ਦੇਖੀ ਹੈ ਜੋ ਅੱਜ ਤੱਕ ਸਿਰਫ ਮੇਰੀ ਸੀ। ਉਹ ਹਮੇਸ਼ਾ ਮੇਰੇ ਲਈ ਵਫਾਦਾਰ ਸੀ। ਜਦੋਂ ਰਾਵੀ ਨੇ ਮੈਨੂੰ ਚੁੱਪ ਬੈਠਾ ਦੇਖਿਆ, ਉਸਨੇ ਇੱਕ ਬੁਰਕੀ ਤੋੜੀ ਤੇ ਇਸ ਨੂੰ ਮੇਰੇ ਮੂੰਹ ਨੇੜੇ ਕਰ ਦਿੱਤਾ ਤੇ ਮੈਨੂੰ ਕਿਹਾ ਕਿ ਖਾਣਾ ਖਾਓ ਤੇ ਸਾਰੀਆਂ ਚਿੰਤਾਵਾਂ ਭੁੱਲ ਜਾਓ। ਮੈਂ ਉਸਦੇ ਹੱਥ ਵਿੱਚੋਂ ਇੱਕ ਬੁਰਕੀ ਲਈ ਤੇ ਫਿਰ ਆਪਣੇ ਮੂੰਹ ਵਿੱਚ ਪਾ ਲਈ। ਰਾਵੀ ਫਿਰ ਮੈਨੂੰ ਪੁੱਛਣ ਲੱਗੀ ਕਿ ਦੱਸੋ, ਤੁਹਾਡੇ ਦੋਸਤ ਨੇ ਕੀ ਕਿਹਾ? ਕੀ ਉਹ ਤੁਹਾਡੀ ਮਦਦ ਕਰਨਗੇ? ਮੇਰੇ ਦੋਸਤ ਕੋਲ ਜਾਣ ਤੋਂ ਪਹਿਲਾਂ ਮੈਂ ਰਾਵੀ ਨੂੰ ਦੱਸਿਆ ਸੀ ਕਿ ਮੇਰੇ ਦੋਸਤ ਨੇ ਮੈਨੂੰ ਬੁਲਾਇਆ ਸੀ। ਉਹ ਕਹਿ ਰਿਹਾ ਹੈ ਕਿ ਉਹ ਮੇਰੀ ਮਦਦ ਕਰੇਗਾ। ਤੁਸੀਂ ਵਾਹਿਗੁਰੂ ਅੱਗੇ ਅਰਦਾਸ ਕਰੋ, ਸਮੱਸਿਆ ਦਾ ਹੱਲ ਹੋ ਜਾਵੇਗਾ। ਪਰ ਮੇਰੇ ਦੋਸਤ ਨੇ ਜੋ ਸ਼ਰਤ ਰੱਖੀ ਸੀ ਉਹ ਮੈਂ ਪੂਰੀ ਨਹੀਂ ਕਰ ਸਕਿਆ। ਮੈਂ ਨਾ ਵਿੱਚ ਸਿਰ ਹਿਲਾ ਦਿੱਤਾ। ਇਹ ਸੁਣ ਕੇ ਰਾਵੀ ਦੇ ਚਿਹਰੇ 'ਤੇ ਚਿੰਤਾ ਹੋਰ ਵੱਧ ਗਈ। ਉਹ ਮੈਨੂੰ ਚਿੰਤਾ ਨਾ ਕਰਨ ਦਾ ਭਰੋਸਾ ਦੇ ਰਹੀ ਸੀ। ਮੈਂ ਫਿਰ ਕਿਹਾ ਕਿ ਉਹ ਕੱਲ੍ਹ ਹੀ ਮੇਰੇ ਕੋਲ ਪੈਸੇ ਮੰਗ ਰਿਹਾ ਹੈ। ਮੈਂ ਇਹ ਕਿਵੇਂ ਦੇ ਸਕਦਾ? ਜਦੋਂ ਮੈਂ ਉਸਦਾ ਹੱਥ ਫੜ ਕੇ ਬੇਵਸੀ ਨਾਲ ਇਹ ਕਿਹਾ ਤਾਂ ਮੇਰੀ ਬੇਵਸੀ ਦੇਖ ਕੇ ਰਾਵੀ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ। ਆਪਣੇ ਹੰਝੂਆਂ ਨੂੰ ਛਿਪਾਉਂਦੇ ਹੋਏ ਉਹ ਕਹਿਣ ਲੱਗੀ, ਤੁਸੀਂ ਆਪਣੇ ਦੋਸਤ ਤੋਂ ਕੁਝ ਹੋਰ ਸਮਾਂ ਮੰਗੋ। ਮੇਰੇ ਕੋਲ ਗਹਿਣੇ ਆਦਿ ਸਨ, ਮੈਂ ਉਹ ਵੀ ਵੇਚ ਕੇ ਤੁਹਾਨੂੰ ਦੇ ਦਿੱਤੇ ਹਨ। ਹੁਣ ਮੇਰੇ ਕੋਲ ਵੀ ਵੇਚਣ ਲਈ ਕੁਝ ਨਹੀਂ ਬਚਿਆ। ਰਾਵੀ ਦੀਆਂ ਇਹਨਾਂ ਗੱਲਾਂ ਨੇ ਮੇਰੇ ਦਿਲ ਦੀ ਧੜਕਣ ਹੋਰ ਤੇਜ਼ ਕਰ ਦਿੱਤੀ। ਮੈਨੂੰ ਆਪਣਾ ਦੋਸਤ ਯਾਦ ਆਉਣ ਲੱਗਾ ਜੋ ਕਹਿ ਰਿਹਾ ਸੀ ਕਿ ਜਿਸ ਵਿਅਕਤੀ ਕੋਲ ਇੰਨੀ ਸੋਹਣੀ ਪਤਨੀ ਹੋਵੇ ਉਸ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ। ਤੁਸੀਂ ਆਪਣੀ ਪਤਨੀ ਨਾਲ ਇੰਨਾ ਕੁਝ ਕਰ ਸਕਦੇ ਹੋ ਕਿ ਤੁਹਾਡਾ ਕਰਜ਼ਾ ਵੀ ਖਤਮ ਹੋ ਜਾਵੇਗਾ ਅਤੇ ਤੁਸੀਂ ਅਮੀਰ ਬਣ ਜਾਵੋਗੇ। ਮੈਨੂੰ ਮੇਰੇ ਦੋਸਤ ਦੇ ਇਹ ਸ਼ਬਦ ਸੁਣ ਕੇ ਬਹੁਤ ਬੁਰਾ ਲੱਗਾ। ਮੈਂ ਕਿਹਾ, ਤੂੰ ਹੋਸ਼ ਵਿੱਚ ਤਾਂ ਹੈ? ਕੀ ਕਹਿ ਰਿਹਾ? ਤਾਂ ਉਸਨੇ ਕਿਹਾ ਕਿ ਮੈਂ ਬਿਲਕੁਲ ਹੋਸ਼ ਵਿੱਚ ਹਾਂ। ਮੈਂ ਉਸਨੂੰ ਕਿਹਾ ਕਿ ਤੂੰ ਮੇਰੀ ਪਤਨੀ ਨੂੰ ਕਿੱਥੇ ਦੇਖਿਆ? ਇਹ ਸੁਣ ਕੇ ਉਹ ਹੱਸ ਪਿਆ ਤੇ ਕਹਿਣ ਲੱਗਾ ਕਿ ਦੇਖਣ ਵਾਲੇ ਦੇਖ ਹੀ ਲੈਂਦੇ ਆ, ਭਾਵੇਂ ਸਾਹਮਣੇ ਵਾਲਾ ਕਿੰਨਾ ਵੀ ਕਿਉਂ ਨਾ ਆਪਣੇ ਆਪ ਨੂੰ ਲੁਕੋ ਲਵੇ। ਤੂੰ ਅੰਬ ਖਾ, ਗਿਟਕਾਂ ਗਿਣ ਕੇ ਤੂੰ ਕੀ ਲੈਣਾ? ਤੂੰ ਇਹ ਛੱਡ, ਮੈਂ ਤੇਰੀ ਪਤਨੀ ਨੂੰ ਕਿੱਥੇ ਦੇਖਿਆ? ਬਸ ਮੈਨੂੰ ਦੱਸ। ਜੇ ਤੂੰ ਇਹ ਸੌਦਾ ਕਰਨ ਲਈ ਰਾਜ਼ੀ ਆ ਤਾਂ ਜੋ ਮੈਂ ਪਾਰਟੀ ਨਾਲ ਅੱਗੇ ਗੱਲ ਕਰਾਂ। ਤੇਰੀ ਪਤਨੀ ਕੁਝ ਰਾਤਾਂ ਮੇਰੀ ਮਰਜ਼ੀ ਨਾਲ ਬਤੀਤ ਕਰੇਗੀ ਤੇ ਫਿਰ ਤੇਰਾ ਸਾਰਾ ਕਰਜ਼ਾ ਖਤਮ ਹੋ ਜਾਵੇਗਾ ਅਤੇ ਜਿਵੇਂ ਜਿਵੇਂ ਤੇਰੀ ਪਤਨੀ ਦੀ ਸੁੰਦਰਤਾ ਨਾਲ ਮੈਨੂੰ ਲਾਭ ਮਿਲੇਗਾ ਮੈਂ ਤੈਨੂੰ ਅਮੀਰ ਬਣਾਉਂਦਾ ਰਹਾਂਗਾ। ਮੈਂ ਹੈਰਾਨੀ ਨਾਲ ਉਸਦਾ ਚਿਹਰਾ ਦੇਖ ਰਿਹਾ ਸੀ ਕਿ ਉਹ ਕਿੰਨਾ ਬੇਸ਼ਰਮ ਬੰਦਾ। ਜੇ ਮੈਂ ਉਸਦਾ ਕਰਜ਼ਦਾਰ ਨਾ ਹੁੰਦਾ ਤਾਂ ਮੈਂ ਜ਼ਰੂਰ ਉਸਦਾ ਮੂੰਹ ਤੋੜ ਦਿੰਦਾ। ਜੇ ਕਿਸੇ ਨੇ ਪੈਸੇ ਲੈਣੇ ਹੁੰਦੇ ਹਨ ਤਾਂ ਉਸਦਾ ਜੋ ਜੀ ਕਰਦਾ ਬੋਲਦਾ ਹੈ। ਰਾਤ ਨੂੰ ਇਹ ਸੋਚਦਾ ਮੈਂ ਕਦੋਂ ਸੌਂ ਗਿਆ ਪਤਾ ਹੀ ਨਾ ਲੱਗਾ। ਪਰ ਸਵੇਰੇ ਕਿਸੇ ਨੇ ਜ਼ੋਰ ਨਾਲ ਗੇਟ ਖੜਕਾਇਆ। ਮੈਂ ਅਚਾਨਕ ਉੱਠ ਕੇ ਬੈਠ ਗਿਆ। ਮੈਂ ਤੁਰੰਤ ਕਮਰੇ ਦੇ ਬਾਹਰ ਆ ਗਿਆ। ਜਦੋਂ ਮੈਂ ਮੇਨ ਗੇਟ ਦਾ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਮੇਰਾ ਦੋਸਤ ਪੁਲਿਸ ਨਾਲ ਖੜਾ ਸੀ। ਪੁਲਿਸ ਅਧਿਕਾਰੀ ਮੈਨੂੰ ਗ੍ਰਿਫਤਾਰ ਕਰਨ ਆਏ ਸਨ। ਮੇਰਾ ਦੋਸਤ ਅਧਿਕਾਰੀਆਂ ਨੂੰ ਕਹਿਣ ਲੱਗਾ ਕਿ ਇਸ ਵਿਅਕਤੀ ਨੇ ਹੀ ਮੇਰੇ ਪੈਸੇ ਦੇਣੇ ਹਨ, ਪਰ ਉਸਨੇ ਅਜੇ ਤੱਕ ਮੇਰੇ ਪੈਸੇ ਨਹੀਂ ਦਿੱਤੇ। ਇਹ ਹੁਣ ਬਹੁਤ ਕਰਜ਼ਈ ਹੋ ਗਿਆ ਹੈ, ਉਸ ਕੋਲ ਇੱਕ ਵੀ ਪੈਸਾ ਨਹੀਂ ਆ। ਮੈਂ ਇਸ ਨੂੰ ਸਮਾਂ ਦੇ ਕੇ ਥੱਕ ਗਿਆ ਹਾਂ, ਪਰ ਹੁਣ ਹੋਰ ਸਮਾਂ ਨਹੀਂ ਦੇ ਸਕਦਾ, ਇਸ ਲਈ ਉਸ ਨੂੰ ਜੇਲ੍ਹ ਵਿੱਚ ਪਾ ਦਿਓ। ਅਫਸਰ ਨੇ ਹੱਥ ਕੜੀ ਲਾਉਣ ਤੋਂ ਪਹਿਲਾਂ
ਰਾਵੀ ਸ਼ਾਇਦ ਗੇਟ 'ਤੇ ਮੈਨੂੰ ਦੇਖ ਰਹੀ ਸੀ। ਉਸਨੇ ਕਿਹਾ, ਰੱਬ ਦਾ ਵਾਸਤਾ ਮੇਰੇ ਪਤੀ ਨੂੰ ਨਾ ਲੈ ਕੇ ਜਾਓ, ਅਸੀਂ ਉਹਦੇ ਸਾਰੇ ਪੈਸੇ ਵਾਪਸ ਕਰ ਦੇਵਾਂਗੇ, ਬਸ ਸਾਨੂੰ ਥੋੜ੍ਹਾ ਸਮਾਂ ਹੋਰ ਦਿਓ, ਅਸੀਂ ਉਹਨਾਂ ਨੂੰ ਇੱਕ ਇੱਕ ਕਰਕੇ ਪੈਸਾ ਵਾਪਸ ਕਰਾਂਗੇ। ਇਹ ਸੁਣ ਕੇ ਮੇਰਾ ਦੋਸਤ ਮੁਸਕਰਾਉਣ ਲੱਗਾ ਤੇ ਕਹਿਣ ਲੱਗਾ, ਮੈਂ ਤਾਂ ਤੁਹਾਡੇ ਪਤੀ ਨੂੰ ਮੌਕਾ ਦਿੱਤਾ ਸੀ, ਪਰ ਤੇਰੇ ਪਤੀ ਨੂੰ ਮਨਜ਼ੂਰ ਨਹੀਂ। ਫਿਰ ਉਸਨੇ ਕਿਹਾ ਕਿ ਉਹ ਪੈਸੇ ਦੇਣ ਲਈ ਬਿਲਕੁਲ ਵੀ ਤਿਆਰ ਨਹੀਂ ਆ। ਜੇਕਰ ਉਸ ਕੋਲ ਕੁਝ ਵੀ ਨਹੀਂ ਆ ਤਾਂ ਉਹ ਪੈਸੇ ਕਿਵੇਂ ਅਦਾ ਕਰੇਗਾ, ਪਰ ਤੁਸੀਂ ਮੇਰਾ ਕਰਜ਼ ਮੋੜ ਸਕਦੇ ਹੋ। ਉਸਨੇ ਰਾਵੀ ਨੂੰ ਉੱਪਰ ਤੋਂ ਹੇਠਾਂ ਤੱਕ ਵੱਲ ਤੱਕਿਆ ਅਤੇ ਕਿਹਾ, ਮੈਨੂੰ ਦੱਸੋ ਕਿ ਤੁਸੀਂ ਮੇਰਾ ਕਰਜ਼ਾ ਚੁਕਾ ਸਕੋਗੇ। ਰਾਵੀ ਕਹਿਣ ਲੱਗੀ ਕਿ ਮੈਂ ਲੋਕਾਂ ਦੇ ਕੱਪੜੇ ਸਿਲਾਈ ਕਰਦੀ ਹਾਂ, ਮੈਂ ਹਰ ਮਹੀਨੇ ਜੋ ਵੀ ਰਕਮ ਜਮ੍ਹਾਂ ਕਰਾਂਗੀ ਉਹ ਮੈਂ ਤੈਨੂੰ ਦੇ ਦੇਵਾਂਗੀ। ਇਹ ਸੁਣ ਕੇ ਮੇਰਾ ਦੋਸਤ ਹੱਸਣ ਲੱਗਾ ਤੇ ਕਿਹਾ, ਮੈਡਮ ਤੁਹਾਡੇ ਪਤੀ ਨੇ 1 ਕਰੋੜ ਰੁਪਏ ਦੇਣੇ ਹਨ, 1000 ਨਹੀਂ। ਫਿਰ ਉਸਨੇ ਇੰਸਪੈਕਟਰ ਨੂੰ ਕਿਹਾ ਕਿ ਸਾਰਿਆਂ ਨੂੰ ਜੇਲ੍ਹ ਵਿੱਚ ਪਾਓ। ਇਹ ਸੁਣਦਿਆਂ ਹੀ ਮੇਰੀ ਪਤਨੀ ਮੇਰੇ ਦੋਸਤ ਦੀਆਂ ਮਿੰਨਤਾਂ ਕਰਨ ਲੱਗੀ ਕਿ ਰੱਬ ਦੀ ਖਾਤਰ ਮੇਰੇ ਪਤੀ ਨੂੰ ਗ੍ਰਿਫਤਾਰ ਨਾ ਕਰੋ। ਮੇਰੇ ਦੋਸਤ ਨੇ ਕਿਹਾ, ਠੀਕ ਆ, ਜੇਕਰ ਤੁਹਾਡਾ ਪਤੀ ਮੇਰੀ ਸ਼ਰਤ ਮੰਨਦਾ ਹੈ ਤਾਂ ਮੈਂ ਇਸ ਨੂੰ ਛੱਡ ਦੇਵਾਂਗਾ। ਰਾਵੀ ਮੈਨੂੰ ਪੁੱਛਣ ਲੱਗੀ ਕਿ ਤੁਸੀਂ ਉਹਨਾਂ ਦੀਆਂ ਸ਼ਰਤਾਂ ਕਿਉਂ ਨਹੀਂ ਮੰਨਦੇ। ਮੈਂ ਕਿਹਾ, ਰਾਵੀ ਤੈਨੂੰ ਨਹੀਂ ਪਤਾ, ਮੈਂ ਉਸ ਦੀਆਂ ਸ਼ਰਤਾਂ ਨੂੰ ਸਵੀਕਾਰ ਨਹੀਂ ਕਰ ਸਕਦਾ, ਤੂੰ ਅੰਦਰ ਜਾ, ਮੈਂ ਸਖਤ ਸ਼ਬਦਾਂ 'ਚ ਕਿਹਾ। ਪਰ ਰਾਵੀ ਸ਼ਾਇਦ ਮੇਰੀ ਗ੍ਰਿਫਤਾਰੀ ਨੂੰ ਬਰਦਾਸ਼ਤ ਨਹੀਂ ਕਰ ਰਹੀ ਸੀ। ਉਹ ਕਹਿਣ ਲੱਗੀ, ਭਾਈ ਸਾਹਿਬ ਮੈਂ ਦੀਪਕ ਨੂੰ ਮਨਾ ਲਵਾਂਗੀ ਕਿ ਉਹ ਤੁਹਾਡੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰੇਗਾ, ਪਰ ਰੱਬ ਦਾ ਵਾਸਤਾ ਉਸ ਨੂੰ ਪੁਲਿਸ ਦੇ ਹਵਾਲੇ ਨਾ ਕਰੋ। ਜਦੋਂ ਮੇਰੇ ਦੋਸਤ ਨੇ ਪੁਲਿਸ ਵਾਲਿਆਂ ਨੂੰ ਇਸ਼ਾਰਾ ਕੀਤਾ ਤਾਂ ਉਹ ਵਾਪਸ ਚਲੇ ਗਏ। ਮੈਂ ਅਤੇ ਰਾਵੀ ਘਰ ਵਿੱਚ ਵੜ ਗਏ। ਜਦੋਂ ਦੋਸਤ ਵੀ ਸਾਡੇ ਪਿੱਛੇ ਪਿੱਛੇ ਆ ਗਿਆ ਤਾਂ ਉਹ ਪਿੱਛੇ ਪਿੱਛੇ ਆ ਕੇ ਮੇਰੇ ਨਾਲ ਗੱਲ ਕਰਨ ਦੀ ਬਜਾਏ ਰਾਵੀ ਨਾਲ ਸਿੱਧੀ ਗੱਲ ਕਰਨ ਲੱਗਾ। ਮੈਂ ਦੀਪਕ ਨੂੰ ਪਹਿਲਾਂ ਵੀ ਕਿਹਾ ਸੀ, ਜੇਕਰ ਅਸੀਂ ਕੋਈ ਵਿਚਕਾਰਲਾ ਰਸਤਾ ਲੱਭ ਲਿਆ ਤੇ ਤੂੰ ਮੰਨ ਗਿਆ ਤਾਂ ਤੁਹਾਡੇ ਵਾਰੇ ਨਿਆਰੇ ਹੋ ਜਾਣਗੇ। ਗੱਲ ਇਹ ਕੀ ਹੈ ਕਿ ਜਦੋਂ ਪੈਸੇ ਦੀ ਗੱਲ ਆਉਂਦੀ ਆ ਤਾਂ ਪੈਸੇ ਦੀ ਖਾਤਰ ਮੈਂ ਬਹੁਤ ਬੁਰੀ ਕਿਸਮ ਦਾ ਵਿਅਕਤੀ ਹਾਂ, ਮੈਂ ਆਪਣਾ ਕੋਈ ਨੁਕਸਾਨ ਨਹੀਂ ਕਰ ਸਕਦਾ। ਉਹ ਬੜੀ ਸ਼ੈਤਾਨੀ ਮੁਸਕਰਾਹਟ ਨਾਲ ਆਪਣੀ ਭੈੜੀ ਆਦਤ ਦੀ ਤਾਰੀਫ ਕਰ ਰਿਹਾ ਸੀ। ਮੇਰੇ ਦੋਸਤ ਦੀ ਗੱਲ ਸੁਣ ਕੇ ਰਾਵੀ ਨੇ ਕਿਹਾ, ਮੈਨੂੰ ਦੱਸੋ ਤੁਸੀਂ ਦੀਪਕ ਨੂੰ ਕੀ ਕਰਨ ਲਈ ਕਿਹਾ। ਮੇਰਾ ਦੋਸਤ ਕਮੀਨੀ ਹੱਸਦੇ ਹੋਏ ਬੇਸ਼ਰਮੀ ਭਰੀਆਂ ਨਜ਼ਰਾਂ ਨਾਲ ਰਾਵੀ ਨੂੰ ਸਿਰ ਤੋਂ ਪੈਰਾਂ ਤੱਕ ਦੇਖਣ ਲੱਗਾ। ਮੈਨੂੰ ਲੱਗਿਆ ਜਿਵੇਂ ਮੇਰੀਆਂ ਰਗਾਂ ਵਿੱਚੋਂ ਲਹੂ ਦੀ ਥਾਂ ਅੱਗ ਦੌੜਨ ਲੱਗੀ ਹੋਵੇ। ਬੜੀ ਮੁਸ਼ਕਲ ਨਾਲ ਆਪਣੇ ਆਪ 'ਤੇ ਕਾਬੂ ਪਾ ਸਕਿਆ। ਕਹਿਣ ਲੱਗਾ ਕਿ ਦੀਪਕ ਨੇ ਤੁਹਾਨੂੰ ਨਹੀਂ ਦੱਸਿਆ ਕਿ ਮੈਂ ਦੀਪਕ ਨੂੰ ਕਿਹੜੀ ਸ਼ਰਤ ਦੱਸੀ ਆ। ਰਾਵੀ ਨੇ ਨਾਂਹ 'ਚ ਸਿਰ ਹਿਲਾਇਆ। ਮੇਰੇ ਦੋਸਤ ਨੇ ਕਿਹਾ, ਦੇਖੋ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਉਸ ਦਾ ਕਰਜ਼ਾ ਮਾਫ਼ ਕੀਤਾ ਜਾਵੇ ਤਾਂ ਮੈਂ ਉਸ ਨੂੰ ਕਰਜ਼ੇ ਤੋਂ ਮੁਕਤ ਕਰ ਦੇਵਾਂਗਾ ਅਤੇ ਉਸ ਨੂੰ ਪੈਸੇ ਵੀ ਦੇਵਾਂਗਾ ਤਾਂ ਜੋ ਉਹ ਆਪਣਾ ਕਾਰੋਬਾਰ ਵੀ ਵਧਾ ਸਕੇ, ਪਰ ਇਸ ਦੇ ਲਈ ਤੁਹਾਨੂੰ ਕੋਸ਼ਿਸ਼ ਕਰਨੀ ਪਵੇਗੀ। ਇਹ ਕਹਿ ਕੇ ਉਹ ਰਾਵੀ ਦੇ ਨੇੜੇ ਹੋਣ ਲੱਗਾ, ਪਰ ਮੈਂ ਵਿਚਕਾਰ ਆ ਗਿਆ। ਮੈਂ ਆਪਣੇ ਦੋਸਤ ਨੂੰ ਇੱਕ ਹੱਥ ਨਾਲ ਪਿੱਛੇ ਧੱਕਿਆ ਤੇ ਬੜੇ ਗੁੱਸੇ ਨਾਲ ਕਿਹਾ, ਮੇਰੀ ਪਤਨੀ ਅਜਿਹਾ ਕੁਝ ਨਹੀਂ ਕਰੇਗੀ, ਤੂੰ ਇੱਥੋਂ ਜਾ, ਜੋ ਮਰਜ਼ੀ ਕਰ, ਮੈਨੂੰ ਪੁਲਿਸ ਕੋਲ ਫੜਾ ਜਾਂ ਫਾਂਸੀ ਦੇ ਦੇ। ਮੇਰੀ ਗੱਲ ਸੁਣ ਕੇ ਰਾਵੀ ਰੋਣ ਲੱਗ ਪਈ। ਦੀਪਕ ਜੇ ਤੁਸੀਂ ਹੋ ਤਾਂ ਮੈਂ ਹਾਂ, ਮੈਨੂੰ ਪੁੱਛਣ ਦਿਓ ਕਿ ਉਹ ਕੀ ਕੰਮ ਕਰਾਉਣਾ ਚਾਹੁੰਦਾ ਹੈ। ਮੈਂ ਕਿਹਾ, ਤੁਸੀਂ ਨਹੀਂ ਜਾਣਦੇ, ਉਹ ਜੋ ਕਰਾਉਣਾ ਚਾਹੁੰਦਾ ਮੈਂ ਤੁਹਾਨੂੰ ਉਹ ਕਦੇ ਨਹੀਂ ਕਰਨ ਦੇਵਾਂਗਾ। ਪਰ ਰਾਵੀ ਕਹਿਣ ਲੱਗੀ ਕਿ ਮੈਂ ਵੀ ਬੇਬਸ ਹਾਂ, ਮੈਂ ਤੁਹਾਨੂੰ ਕਦੇ ਵੀ ਸਲਾਖਾਂ ਪਿੱਛੇ ਨਹੀਂ ਦੇਖ ਸਕਦੀ। ਅਤੇ ਫਿਰ ਜਦੋਂ ਰਾਵੀ ਨੇ ਮੇਰੇ ਦੋਸਤ ਦੇ ਸ਼ਰਤ ਬਾਰੇ ਪੁੱਛਿਆ ਤਾਂ ਉਸਨੇ ਆਪਣੀਆਂ ਘਟੀਆ ਸ਼ਰਤ ਰਾਵੀ ਦੇ ਸਾਹਮਣੇ ਰੱਖ ਦਿੱਤੀ। ਕੁਝ ਪਲਾਂ ਲਈ ਉਹ ਹੈਰਾਨੀ ਨਾਲ ਮੇਰੇ ਦੋਸਤ ਵੱਲ ਦੇਖਣ ਲੱਗੀ। ਇਸ ਤੋਂ ਬਾਅਦ ਉਸਨੇ ਮੇਰੇ ਵੱਲ ਇੱਕ ਨਜ਼ਰ ਮਾਰੀ। ਮੈਂ ਇਸ ਤਰ੍ਹਾਂ ਖੜਾ ਸੀ ਜਿਵੇਂ ਜ਼ਮੀਨ ਫਟ ਜਾਵੇਗੀ ਅਤੇ ਮੈਂ ਉਸ ਵਿੱਚ ਸਮਾ ਜਾਵਾਂਗਾ। ਮੈਂ ਰਾਵੀ ਤੋਂ ਨਜ਼ਰਾਂ ਚੁਰਾਉਣ ਲੱਗਾ। ਇਸ ਤੋਂ ਬਾਅਦ ਰਾਵੀ ਤੁਰੰਤ ਕਮਰੇ ਵਿੱਚ ਚਲੀ ਗਈ। ਮੇਰੇ ਦੋਸਤ ਨੇ ਕਿਹਾ, ਜੇਕਰ ਤੇਰੀ ਪਤਨੀ ਮੰਨਦੀ ਹੈ ਤਾਂ ਮੈਨੂੰ ਦੱਸ ਦਿਓ, ਨਹੀਂ ਤਾਂ ਮੈਂ ਪੁਲਿਸ ਲਿਆਵਾਂਗਾ। ਇਹ ਕਹਿ ਕੇ ਉਹ ਘਰੋਂ ਚਲਾ ਗਿਆ। ਮੈਂ ਕਮਰੇ ਵਿੱਚ ਨਹੀਂ ਗਿਆ। ਮੈਂ ਕਮਰੇ ਵਿੱਚ ਕਿਸ ਮੂੰਹ ਨਾਲ ਜਾਂਦਾ। 2 ਘੰਟੇ ਲੰਘਣ ਤੋਂ ਬਾਅਦ ਵੀ ਉਹ ਕਮਰੇ ਤੋਂ ਬਾਹਰ ਨਹੀਂ ਆਈ। ਜਦੋਂ ਉਹ 2-3 ਘੰਟੇ ਬਾਅਦ ਬਾਹਰ ਆਈ ਤਾਂ ਰੋ ਰੋ ਕੇ ਉਸਦੀਆਂ ਅੱਖਾਂ ਸੁੱਜ ਗਈਆਂ ਸਨ। ਉਹ ਮੇਰੇ ਕੋਲ ਆ ਕੇ ਬੈਠ ਗਈ ਤੇ ਕਿਹਾ ਕਿ ਤੁਸੀਂ ਆਪਣੇ ਦੋਸਤ ਨੂੰ ਹਾਂ ਕਹਿ ਦਿਓ। ਮੈਨੂੰ ਰਾਵੀ ਤੋਂ ਇਸ ਜਵਾਬ ਦੀ ਬਿਲਕੁਲ ਉਮੀਦ ਨਹੀਂ ਸੀ। ਮੈਂ ਕਿਹਾ, ਮੈਂ ਨਹੀਂ, ਮੈਂ ਇਹ ਸਭ ਬਰਦਾਸ਼ਤ ਨਹੀਂ ਕਰ ਸਕਦਾ। ਮੇਰੇ ਤੋਂ ਅਜਿਹਾ ਇਮਤਿਹਾਨ ਨਾ ਲੈ ਜੋ ਮੈਂ ਦੇਣ ਲਈ ਮਜਬੂਰ ਹੋਵਾਂ। ਰਾਵੀ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਤੁਹਾਨੂੰ ਜੇਲ੍ਹ ਜਾਂਦੇ ਨਹੀਂ ਦੇਖ ਸਕਦੀ, ਤੇ ਫਿਰ ਤੁਹਾਨੂੰ ਕੀ ਲੱਗਦਾ ਕਿ ਜੇ ਤੁਸੀਂ ਜੇਲ੍ਹ ਗਏ ਤਾਂ ਮੇਰਾ ਕੀ ਹੋਵੇਗਾ? ਕੀ ਮੈਂ ਘਰ ਵਿੱਚ ਇਕੱਲੀ ਸੁਰੱਖਿਅਤ ਰਵਾਂਗੀ? ਰਾਵੀ ਸਹੀ ਸੀ। ਜੇ ਮੈਂ ਜੇਲ੍ਹ ਗਿਆ ਹੁੰਦਾ ਤਾਂ ਪਿੱਛੇ ਤੋਂ ਕੋਈ ਵੀ ਉਸ ਨਾਲ ਕੁਝ ਵੀ ਕਰ ਸਕਦਾ ਸੀ। ਉਹ ਆਪਣਾ ਬਚਾਵ ਕਿਵੇਂ ਕਰ ਸਕਦੀ ਸੀ?
ਪਰ ਫਿਰ ਵੀ ਮੇਰੇ ਦਿਲ ਵਿੱਚ ਇਸ ਗੱਲ ਨਾਲ ਸਹਿਮਤ ਨਹੀਂ ਸੀ ਕਿ ਕਿਵੇਂ ਮੈਂ ਆਪਣੀ ਪਤਨੀ ਨੂੰ ਆਪਣੇ ਸਾਹਮਣੇ ਇਸ ਪਾਪ ਦੀ ਦਲਦਲ ਵਿੱਚ ਧੱਕ ਦਿੰਦਾ। ਪਰ ਮੇਰੇ ਕੋਲ ਹੋਰ ਕੋਈ ਆਪਸ਼ਨ ਵੀ ਨਹੀਂ ਸੀ। ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਮੈਂ ਆਪਣੀ ਗੈਰਤ ਭੁੱਲ ਗਿਆ ਅਤੇ ਇੱਕ ਗੈਰਤਮੰਦ ਬੰਦੇ ਲਈ ਇਹ ਬਹੁਤ ਔਖਾ ਕੰਮ ਹੈ। ਮੈਂ ਆਪਣੇ ਦੋਸਤ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ ਕਿ ਮੈਨੂੰ ਤੇਰੀ ਸ਼ਰਤ ਮਨਜ਼ੂਰ ਆ। ਇਹ ਸੁਣ ਕੇ ਉਹ ਜ਼ੋਰਦਾਰ ਹਾਸਾ ਸੱਪ ਵਾਂਗ ਮੇਰੇ ਸੀਨੇ ਵਿੱਚ ਡਸ ਗਿਆ। ਉਸ ਨੇ ਕਿਹਾ ਕਿ ਅਸੀਂ ਸਮੇਂ ਸਿਰ ਬਹੁਤ ਹੀ ਸਮਝਦਾਰੀ ਵਾਲਾ ਫੈਸਲਾ ਲਿਆ ਹੈ। ਫਿਰ ਅਗਲੇ ਹੀ ਦਿਨ ਉਸ ਨੇ ਆਪਣੇ ਡਰਾਈਵਰ ਨਾਲ ਇੱਕ ਸੁੰਦਰ ਨੈੱਟ ਵਾਲੀ ਫੈਸ਼ਨੇਬਲ ਸਾੜੀ ਭੇਜੀ। ਰਾਵੀ ਨੇ ਅਜਿਹੀ ਸਾੜੀ ਕਦੇ ਨਹੀਂ ਪਹਿਨੀ ਸੀ। ਉਸ ਨੇ ਆਪਣੇ ਡਰਾਈਵਰ ਨੂੰ ਰਾਵੀ ਨੂੰ ਸਾੜੀ ਪਾ ਕੇ ਹੋਟਲ ਦੇ ਕਮਰੇ ਵਿੱਚ ਆਉਣ ਲਈ ਕਿਹਾ ਸੀ। ਉਸ ਨੇ ਕਾਲੇ ਰੰਗ ਦੀ ਸਾੜੀ ਪਾਈ ਹੋਈ ਸੀ ਤੇ ਪਹਿਲੀ ਵਾਰ ਉਹ ਆਪਣਾ ਜਿਸਮ ਦਿਖਾ ਰਹੀ ਸੀ। ਮੈਂ ਆਪਣੀ ਨਿਗਾਹ ਟਾਲ ਲਈ। ਤਿਆਰ ਹੋਣ ਵੇਲੇ ਵੀ ਰਾਵੀ ਦੀਆਂ ਅੱਖਾਂ ਵਿੱਚ ਹੰਝੂ ਵਹਿ ਰਹੇ ਸੀ। ਰਾਵੀ ਹੰਝੂ ਬਹਾਉਂਦੇ ਹੋਏ ਤੁਰਨ ਦੇ ਯੋਗ ਨਹੀਂ ਸੀ। ਰਾਵੀ ਦੀ ਹਾਲਤ ਦੇਖ ਕੇ ਮੇਰਾ ਖੂਨ ਖੌਲ ਰਿਹਾ ਸੀ। ਇਸ ਲਈ ਮੈਂ ਵੀ ਹੋਟਲ ਵੱਲ ਭੱਜਿਆ। ਇਸ ਸਮੇਂ ਮੇਰੇ ਕੋਲ ਵੀ ਪੈਸੇ ਸਨ, ਕਿਉਂਕਿ ਮੇਰੇ ਦੋਸਤ ਨੇ ਮੈਨੂੰ ਐਡਵਾਂਸ 'ਚ ਕੁਝ ਪੈਸੇ ਦਿੱਤੇ ਸਨ ਅਤੇ ਫਿਰ ਉਹਨਾਂ ਹੀ ਪੈਸਿਆਂ ਨਾਲ ਮੈਂ ਆਪਣੇ ਦੋਸਤ ਦੇ ਬਰਾਬਰ ਇੱਕ ਕਮਰਾ ਲੈ ਲਿਆ। ਅਤੇ ਜਦੋਂ ਮੈਂ ਲੁੱਕ ਕੇ ਦੇਖਿਆ ਤਾਂ ਮੈਂ ਹੈਰਾਨ ਰਹਿ ਗਿਆ। ਮੇਰੀ ਪਤਨੀ ਮੇਰੇ ਦੋਸਤ ਦੀਆਂ ਬਾਹਾਂ 'ਚ ਬੈਠੀ ਉੱਚੀ ਉੱਚੀ ਹੱਸ ਰਹੀ ਸੀ। ਗੱਲਾਂ ਕਰਦੇ ਹੋਏ ਉਹ ਕਹਿ ਰਹੀ ਸੀ ਕਿ ਮੈਂ ਸੋਚਿਆ ਸੀ ਕਿ ਮੈਂ ਤੁਹਾਨੂੰ ਦੁਬਾਰਾ ਕਦੇ ਨਹੀਂ ਮਿਲ ਸਕਾਂਗੀ, ਕਿਉਂਕਿ ਦੀਪਕ ਬਹੁਤ ਇੱਜ਼ਤਦਾਰ ਵਿਅਕਤੀ ਆ। ਇਸ ਲਈ ਮੈਨੂੰ ਵੀ ਸ਼ਰੀਫ ਹੋਣ ਦਾ ਦਿਖਾਵਾ ਕਰਨਾ ਪੈਂਦਾ ਸੀ, ਕਿਤੇ ਉਸ ਨੂੰ ਮੇਰੇ 'ਤੇ ਸ਼ੱਕ ਨਾ ਹੋ ਜਾਵੇ। ਮੇਰੇ ਦੋਸਤ ਨੇ ਕਿਹਾ, ਦੇਖਿਆ ਮੇਰੀ ਅਕਲ ਦਾ ਕਮਾਲ, ਮੈਂ ਉਸ ਦੇ ਸਾਰੇ ਪੈਸੇ ਹੜੱਪ ਲਏ ਤੇ ਉਸ ਦੀ ਪਤਨੀ ਵੀ। ਮੇਰੇ ਦੋਸਤ ਨੇ ਮੇਰੀ ਪਤਨੀ ਦੇ ਬਾਲਾਂ ਨੂੰ ਠੀਕ ਕਰਦੇ ਹੋਏ ਕਿਹਾ ਕਿ ਉਹ ਬੇਵਕੂਫ ਸੀ ਜੋ ਸੋਚਦਾ ਸੀ ਕਿ ਉਸ ਨੂੰ ਨੁਕਸਾਨ ਹੋਇਆ ਹੈ, ਹਾਲਾਂਕਿ ਅਜਿਹਾ ਕੁਝ ਵੀ ਨਹੀਂ ਹੈ। ਮੈਨੂੰ ਯਾਦ ਆਉਣ ਲੱਗਾ ਕਿ ਜਦੋਂ ਮੇਰਾ ਦੋਸਤ ਮੇਰੇ ਨਾਲ ਪਾਰਟਨਰਸ਼ਿਪ 'ਤੇ ਕੰਮ ਕਰਨ ਆਇਆ ਸੀ ਤਾਂ ਮੇਰੇ ਕੋਲ ਚੰਗੀ ਰਕਮ ਸੀ। ਫੈਕਟਰੀ ਉਸ ਦੀ ਸੀ, ਪਰ ਪੈਸੇ ਮੈਂ ਖਰਚ ਕੀਤੇ ਸਨ। ਅਸੀਂ ਲੱਖਾਂ ਰੁਪਏ ਦਾ ਕੱਪੜਾ ਖਰੀਦ ਕੇ ਫੈਕਟਰੀ ਦੇ ਗੋਦਾਮ ਵਿੱਚ ਰੱਖਿਆ ਸੀ ਤਾਂ ਜੋ ਜਲਦੀ ਤੋਂ ਜਲਦੀ ਵੇਚ ਕੇ ਮੁਨਾਫਾ ਕਮਾ ਸਕਗੇ। ਮੇਰੇ ਦੋਸਤ ਨੇ ਮੈਨੂੰ ਵੱਡੇ ਵੱਡੇ ਸੁਪਨੇ ਦਿਖਾਏ ਸਨ, ਪਰ ਇੱਕ ਰਾਤ ਮੈਂ ਸੌਂ ਰਿਹਾ ਸੀ। ਉਦੋਂ ਹੀ ਉਸ ਦਾ ਕਾਲ ਆ ਗਿਆ ਤੇ ਕਹਿਣ ਲੱਗਾ, ਦੀਪਕ ਜਲਦੀ ਆ ਜਾਓ, ਫੈਕਟਰੀ ਦੇ ਗੋਦਾਮ 'ਚ ਅੱਗ ਲੱਗ ਗਈ, ਜਲਦੀ ਪਹੁੰਚੋ। ਜਦੋਂ ਮੈਂ ਉੱਥੇ ਪਹੁੰਚਿਆ ਤਾਂ ਸਾਰਾ ਗੋਦਾਮ ਅੱਗ ਦੀ ਲਪੇਟ ਵਿੱਚ ਸੀ। ਫਾਇਰ ਬ੍ਰਿਗੇਡ ਅੱਗ ਬੁਝਾ ਰਹੀ ਸੀ। ਮੇਰਾ ਦੋਸਤ ਰੋਂਦਾ ਹੋਇਆ ਮੇਰੇ ਕੋਲ ਆਇਆ ਤੇ ਕਿਹਾ ਕਿ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ, ਤੁਸੀਂ ਕਰਜ਼ਈ ਹੋ ਗਏ ਹੋ, ਸਾਰਾ ਮਾਲ ਤੇਰੇ ਪੈਸਿਆਂ ਦਾ ਸੀ, ਤੂੰ ਸੜਕ 'ਤੇ ਆ ਗਿਆ। ਉਸ ਵੇਲੇ ਮੇਰੀ ਹਾਲਤ ਇਹ ਸੀ ਕਿ ਮੈਂ ਬੇਹੋਸ਼ ਹੋ ਕੇ ਡਿੱਗ ਪੈਂਦਾ। ਉਦੋਂ ਹੀ ਮੇਰੀ ਛਾਤੀ 'ਚ ਦਰਦ ਹੋਇਆ। ਮੇਰਾ ਦੋਸਤ ਮੈਨੂੰ ਹਸਪਤਾਲ ਲੈ ਗਿਆ। ਮੈਂ ਇਹ ਸਦਮਾ ਬਰਦਾਸ਼ਤ ਨਾ ਕਰ ਸਕਿਆ। ਜਦੋਂ ਮੈਨੂੰ ਹੋਸ਼ ਆਇਆ ਤਾਂ ਰਾਵੀ ਮੇਰੇ ਕੋਲ ਬੈਠ ਕੇ ਰੋ ਰਹੀ ਸੀ। ਉਸ ਨੇ ਰੋਂਦੇ ਹੋਏ ਮੈਨੂੰ ਦੱਸਿਆ ਕਿ ਮੈਂ ਆਪਣੇ ਗਹਿਣੇ ਵੇਚ ਕੇ ਤੁਹਾਡੇ ਹਸਪਤਾਲ ਦਾ ਬਿੱਲ ਭਰ ਦਿੱਤਾ ਹੈ, ਹੁਣ ਸਭ ਠੀਕ ਹੋ ਜਾਵੇਗਾ। ਇਸ ਤੋਂ ਪਹਿਲਾਂ ਕਿ ਮੈਂ ਕੁਝ ਸਮਝਦਾ, ਮੇਰਾ ਦੋਸਤ ਮੈਨੂੰ ਮਿਲਣ ਮੇਰੇ ਘਰ ਆ ਗਿਆ। ਉਹਨਾਂ ਕਿਹਾ ਕਿ ਜੋ ਸਮਾਨ ਸੜ ਕੇ ਸਵਾਹ ਹੋ ਗਿਆ ਸੀ, ਉਸ ਤੋਂ ਇਲਾਵਾ 1 ਕਰੋੜ ਰੁਪਏ ਦਾ ਸਮਾਨ ਵੀ ਉਧਾਰ ਲਿਆ ਹੋਇਆ ਸੀ ਤਾਂ ਜੋ ਅਸੀਂ ਪਾਰਟੀ ਦੇ ਹੁਕਮਾਂ ਨੂੰ ਪੂਰਾ ਕਰ ਸਕਗੇ, ਅਤੇ ਇਹ ਸਮਾਨ ਵੀ ਸੜ ਗਿਆ ਹੈ। ਹੁਣ ਜਿਸ ਵਿਅਕਤੀ ਤੋਂ ਅਸੀਂ ਪੈਸੇ ਲਏ ਸਨ ਉਹ ਆਪਣੇ ਪੈਸੇ ਦੀ ਮੰਗ ਕਰ ਰਿਹਾ। ਮੈਂ ਕਿਹਾ, ਇੰਨੀ ਵੱਡੀ ਰਕਮ ਕਿੱਥੋਂ ਲਿਆਵਾਂਗਾ? ਉਹ ਕਹਿਣ ਲੱਗਾ ਕਿ ਤੁਹਾਨੂੰ ਇਸ ਬਾਰੇ ਸੋਚਣਾ ਚਾਹੀਦਾ ਸੀ, ਕਿਉਂਕਿ ਇਹ ਨੁਕਸਾਨ ਤੁਹਾਡਾ ਹੈ। ਮੇਰਾ ਦੋਸਤ ਤੇ ਮੇਰੀ ਪਤਨੀ ਮਿਲ ਕੇ ਮੇਰੇ ਨਾਲ ਧੋਖਾ ਕਰ ਰਹੇ ਸੀ। ਮੇਰਾ ਦੋਸਤ ਆਪਣੇ ਮੂੰਹ ਨਾਲ ਇਹ ਗੱਲ ਮੰਨ ਰਿਹਾ ਸੀ ਕਿ ਉਸ ਨੇ ਫੈਕਟਰੀ 'ਚੋਂ ਸਮਾਨ ਕਢਵਾ ਲਿਆ ਸੀ ਅਤੇ ਫੈਕਟਰੀ 'ਚੋਂ ਜੋ ਸਮਾਨ ਸੜ ਗਿਆ ਸੀ ਉਹ ਖਰਾਬ ਸਮਾਨ ਸੀ। ਉਸ ਨੇ ਇਹ ਸਭ ਮੈਨੂੰ ਫਸਾਉਣ ਲਈ ਕੀਤਾ ਤਾਂ ਜੋ ਉਹ ਮੇਰੀ ਪਤਨੀ ਨਾਲ ਮਸਤੀ ਕਰ ਸਕੇ। ਉਸ ਸਮੇਂ ਮੇਰੇ ਕੋਲ ਮੋਬਾਈਲ ਸੀ। ਮੈਂ ਉਸ ਦੀ ਵੀਡੀਓ ਬਣਾਈ ਅਤੇ ਉੱਥੋਂ ਸਿੱਧਾ ਥਾਣੇ ਗਿਆ। ਅਗਲੇ ਦਿਨ ਮੇਰੀ ਪਤਨੀ ਤੇ ਮੇਰਾ ਦੋਸਤ ਜੇਲ੍ਹ ਵਿੱਚ ਸਨ। ਅੱਜ ਤੱਕ ਮੈਂ ਔਰਤ ਦਾ ਇਹ ਰੂਪ ਕਦੇ ਨਹੀਂ ਦੇਖਿਆ ਸੀ ਜੋ ਮੇਰੀ ਪਤਨੀ ਨੇ ਮੈਨੂੰ ਦਿਖਾਇਆ ਸੀ। ਮੇਰਾ ਔਰਤਾਂ ਵਿੱਚੋਂ ਵਿਸ਼ਵਾਸ ਖਤਮ ਹੋ ਗਿਆ ਹੈ। ਮੈਂ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ ਅਤੇ ਹੁਣ ਇਕੱਲਾ ਰਹਿ ਰਿਹਾ। ਜੋ ਵੀਡੀਓ ਮੈਂ ਪੁਲਿਸ ਨੂੰ ਦਿਖਾਈ ਸੀ ਉਸ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਕਿ ਮੇਰੇ ਦੋਸਤ ਨੇ ਮੇਰੇ ਨਾਲ ਧੋਖਾ ਕੀਤਾ ਹੈ। ਮੈਂ ਪੁਲਿਸ ਰਾਹੀਂ ਮੇਰੇ ਸਾਰੇ ਪੈਸੇ ਵਾਪਸ ਕਰਵਾ ਲਏ। ਮੈਂ ਆਪਣਾ ਕਾਰੋਬਾਰ ਦੁਬਾਰਾ ਸ਼ੁਰੂ ਕਰ ਦਿੱਤਾ ਅਤੇ ਕੁਝ ਸਮੇਂ ਦੇ ਅੰਦਰ ਹੀ ਮੇਰਾ ਕਾਰੋਬਾਰ ਵੀ ਚੱਲ ਪਿਆ ਅਤੇ ਅੱਜ ਮੈਂ ਸ਼ਹਿਰ ਦਾ ਇੱਕ ਮਸ਼ਹੂਰ ਵਪਾਰੀ ਹਾਂ। ਮੈਂ ਸੁਣਿਆ ਕਿ ਮੇਰਾ ਦੋਸਤ ਕੁਝ ਮਹੀਨਿਆਂ ਬਾਅਦ ਜੇਲ੍ਹ ਤੋਂ ਰਿਹਾ ਹੋ ਗਿਆ ਸੀ। ਉਸ ਨੇ ਰਾਵੀ ਨੂੰ ਕੁਝ ਦਿਨ ਆਪਣੇ ਕੋਲ ਰੱਖਿਆ ਅਤੇ ਜਦੋਂ ਉਸ ਦੀ ਤਸੱਲੀ ਹੋ ਗਈ ਤਾਂ ਉਸ ਨੂੰ ਛੱਡ ਦਿੱਤਾ।
ਰਾਵੀ ਮੇਰੇ ਤੋਂ ਮਾਫੀ ਮੰਗਣ ਲਈ ਮੇਰੇ ਦਫ਼ਤਰ ਅਤੇ ਮੇਰੇ ਘਰ ਆਈ, ਪਰ ਮੈਂ ਚੌਕੀਦਾਰ ਨੂੰ ਕਿਹਾ ਕਿ ਉਸ ਨੂੰ ਅੰਦਰ ਨਾ ਜਾਣ ਦਿਓ। ਮੈਂ ਰਾਵੀ ਦਾ ਚਿਹਰਾ ਵੀ ਨਹੀਂ ਦੇਖਣਾ ਚਾਹੁੰਦਾ ਸੀ। ਇੱਕ ਵਾਰ ਮੇਰੀ ਕੰਪਨੀ ਵਿੱਚ ਦੁਰਘਟਨਾ ਹੋ ਗਈ। ਸਾਡੀ ਕੰਪਨੀ ਵਿੱਚ ਕੰਮ ਕਰਦੇ ਰਾਮੂ ਅੰਕਲ ਦੀ ਬਿਜਲੀ ਦਾ ਝਟਕਾ ਲੱਗਣ ਕਾਰਨ ਮੌਤ ਹੋ ਗਈ। ਰਾਮੂ ਅੰਕਲ ਦੀ ਇੱਕ ਕੁੜੀ ਸੀ ਜਿਸ ਦਾ ਨਾਮ ਸੋਨੀਆ ਸੀ। ਥੋੜੀ ਸਾਵਲੀ ਸੀ ਪਰ ਬਹੁਤ ਹੀ ਸਮਝਦਾਰ ਤੇ ਸੰਸਕਾਰੀ ਸੀ। ਉਸ ਦਾ ਸੁਭਾਅ ਵੀ ਬਹੁਤ ਚੰਗਾ ਸੀ। ਮੈਂ ਜਦੋਂ ਵੀ ਉਸ ਨੂੰ ਦੇਖਦਾ ਉਸ ਵੱਲ ਖਿੱਚਿਆ ਜਾਂਦਾ। ਸ਼ਾਇਦ ਮੈਂ ਉਸ ਨੂੰ ਪਸੰਦ ਕਰਨ ਲੱਗਾ ਸੀ ਤੇ ਉਹ ਵੀ, ਪਰ ਮੈਨੂੰ ਮੇਰਾ ਅਤੀਤ ਯਾਦ ਆ ਜਾਂਦਾ ਹੈ। ਮੈਂ ਫਿਰ ਪਿੱਛੇ ਹਟ ਜਾਂਦਾ। ਰਾਮੂ ਅੰਕਲ ਦੀ ਪਤਨੀ ਦਾ ਵੀ ਕਾਫੀ ਸਮਾਂ ਪਹਿਲਾਂ ਦੇਹਾਂਤ ਹੋ ਗਿਆ ਸੀ। ਰਾਮੂ ਅੰਕਲ ਦੀ ਮੌਤ ਤੋਂ ਬਾਅਦ ਉਹਨਾਂ ਦੀ ਧੀ ਪੂਰੀ ਤਰ੍ਹਾਂ ਅਨਾਥ ਹੋ ਗਈ। ਉਸ ਦਾ ਧਿਆਨ ਰੱਖਣ ਵਾਲਾ ਕੋਈ ਨਹੀਂ ਸੀ। ਉਸ ਦੇ ਪਿਤਾ ਦੀ ਮੇਰੀ ਫੈਕਟਰੀ 'ਚ ਮੌਤ ਹੋ ਗਈ। ਇੱਕ ਇਨਸਾਨ ਹੋਣ ਦੇ ਨਾਤੇ ਮੈਂ ਉਸ ਨੂੰ ਇਸ ਤਰ੍ਹਾਂ ਇਕੱਲਾ ਨਹੀਂ ਛੱਡ ਸਕਦਾ ਸੀ, ਪਰ ਮੇਰੇ ਨਾਲ ਜੋ ਕੁਝ ਹੋਇਆ ਸੀ, ਹੁਣ ਮੇਰਾ ਕਿਸੇ ਵੀ ਕੁੜੀ 'ਤੇ ਭਰੋਸਾ ਕਰਨਾ ਬਹੁਤ ਮੁਸ਼ਕਲ ਆ। ਤਾਂ ਦੋਸਤੋ, ਹੁਣ ਮੈਂ ਤੁਹਾਡੇ ਤੋਂ ਹੀ ਇੱਕ ਸਲਾਹ ਲੈਣਾ ਚਾਹੁੰਦਾ ਹਾਂ ਕਿ ਤੁਸੀਂ ਹੀ ਫੈਸਲਾ ਕਰਕੇ ਦੱਸੋ ਕਿ ਮੈਨੂੰ ਸੋਨੀਆ 'ਤੇ ਭਰੋਸਾ ਕਰਕੇ ਉਸ ਨਾਲ ਵਿਆਹ ਕਰਵਾ ਲੈਣਾ ਚਾਹੀਦਾ ਹੈ ਜਾਂ ਨਹੀਂ। ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।